ਨਿਰਭਉ ਨਿਰਵੈਰ ਆਯੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕੋਈ ਕਰਨ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ, ਕੋਈ ਕਰਨ ਨਸੀਬਾਂ ਵਾਲੇ ਦੋ ਘੜੀਆਂ। ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ। ਸਤਸੰਗ ਜੀ ਦੋ ਘੜੀਆਂ, ਸਤਸੰਗ ਜੀ ਦੋ ਘੜੀਆਂ। ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ। ਅੱਗੇ ਨੂੰ ਜੋ ਭਾਈ ਸਾਹਿਬ ਸਾਰੇ ਅੱਗੇ ਹੋ ਕੇ ਬੈਠੋ। ਉਹ ਤਾਰਦੀ ਹੈ ਗੁਰੂ ਵਾਲਿਆਂ ਦੀ ਸੰਗਤ, ਤਾਰਦੀ ਹੈ ਗੁਰੂ ਵਾਲਿਆਂ ਦੀ ਸੰਗਤ, ਤਾਰਦੀ ਹੈ ਗੁਰੂ ਵਾਲਿਆਂ ਦੀ। ਉਹ ਮਾਰਦੀ ਹੈ ਮਨ ਮੁਖਾਂ ਦੀ ਸੰਗਤ, ਮਾਰਦੀ ਹੈ ਮਨ ਮੁਖਾਂ ਦੀ ਕੁਸੰਗਤ, ਕੁਸੰਗਤ। ਉਹ ਤਾਰਦੀ ਹੈ ਗੁਰਮੁਖਾਂ ਦੀ ਸੰਗਤ, ਤਾਰਦੀ ਹੈ ਉਹ ਗੁਰੂ ਵਾਲਿਆਂ ਦੀ ਸੰਗਤ, ਗੁਰੂ ਵਾਲਿਆਂ ਦੀ। ਤਾਰਦੀ ਹੈ ਗੁਰੂ ਵਾਲਿਆਂ ਦੀ, ਮਾਰਦੀ ਹੈ ਮਨ ਮੁਖਾਂ ਦੀ ਕੁਸੰਗਤ, ਮਾਰਦੀ ਹੈ ਮਨ ਮੁਖਾਂ ਦੀ ਕੁਸੰਗਤ। ਸਵਾਰਦੀ ਹੈ ਸਾਧੂਆਂ ਦੀ ਸੰਗਤ, ਸਵਾਰਦੀ ਹੈ ਸਾਧੂਆਂ ਦੀ ਸੰਗਤ, ਸਵਾਰਦੀ ਹੈ ਸਾਧੂਆਂ ਦੀ ਸੰਗਤ, ਸਵਾਰਦੀ ਹੈ ਸਾਧੂਆਂ ਦੀ ਸੰਗਤ। ਨਿਤ ਵੱਧਦੀ ਹੈ ਮਹਾਂਪੁਰਖਾਂ ਦੀ ਸੰਗਤ, ਇਹ ਵੱਧਦੀ ਜਾਂਦੀ ਹੈ। ਬੀਜ ਜਿਵੇਂ ਵਾਧਾ ਫੁੱਲਦਾ ਹੈ ਤੇ ਕੁਸੰਗਤ ਇਹ ਮਨਮੁਖਾਂ ਦੀ ਇਹ ਨਾਸ਼ ਕਰਦੀ ਹੈ, ਡੋਬਦੀ ਹੈ, ਦੁੱਖ ਦਿੰਦੀ ਹੈ। ਦੋਨੋਂ ਹੀ ਵੱਧਦੇ ਨੇ, ਪੁੰਨ ਵੀ ਤੇ ਪਾਪ ਵੀ। ਜਿਹੜੇ ਪਾਪ ਬੀਜੇ ਨੇ ਉਹ ਵੀ ਵੱਧਦੇ ਜਾ ਰਹੇ ਨੇ, ਜਿਹੜੇ ਪੁੰਨ ਬੀਜੇ ਨੇ ਤੇ ਪੁੰਨ ਵੀ ਵੱਧਦੇ ਜਾ ਰਹੇ ਆ, ਵੱਡੇ ਹੁੰਦੇ ਜਾ ਰਹੇ ਨੇ। ਫਿਰ ਉਹਨਾਂ ਨੂੰ ਫਲ ਲੱਗਦੇ ਨੇ। ਗੁਰਮੁਖਾਂ ਦੀ ਸੰਗਤ ਬੇੜੇ ਪਾਰ ਕਰ ਦਿੰਦੀ ਏ, ਤਾਰ ਦਿੰਦੀ ਏ। ਮਨਮੁਖਾਂ ਦੀ ਸੰਗਤ ਡੋਬ ਦਿੰਦੀ ਏ। ਸਾਰੇ ਪੜੋ ਇੱਕ ਓਂਕਾਰ ਸਤਿਨਾਮ। ਆਵਾਜ਼ ਉੱਚੀ ਕਰ ਪਾਈਓ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ
ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਹਰਿ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਰੇ ਜਪੋ। ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸਚ। ਗੁਰਮੁਖ ਵਿਰਲੇ ਵਿਰਲੇ ਹੁੰਦੇ ਨੇ, ਮਨਮੁਖ ਜ਼ਿਆਦੇ ਹੁੰਦੇ ਆ। ਗੁਰਮੁਖ ਥੋੜ੍ਹੇ ਹੁੰਦੇ ਆ। ਚੰਗੇ ਕਰਮ ਮਨੁੱਖ ਥੋੜ੍ਹੇ ਕਰਦਾ ਹੈ, ਬੁਰੇ ਕਰਦਾ ਹੈ ਜ਼ਿਆਦੇ। ਬੁਰਿਆਈ ਦਾ ਬੁਰਾ ਫਲ ਹੈ, ਭਲਾਈ ਦਾ ਭਲਾ ਫਲ ਹੈ। ਸੰਗਤ ਵਿੱਚ ਬੈਠੋ, ਪੁੰਨ ਬਣਾਓ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਜੇ ਕਿਤੇ ਪ੍ਰਮਾਤਮਾ ਤੁਹਾਨੂੰ ਸੰਗਤ ਬਖਸ਼ੇ ਸਾਧੂਆਂ ਦੀ, ਕਹਿੰਦੇ ਫਿਰ ਕੀ ਹੋਏਗਾ? ਜਿਵੇਂ ਜਿਵੇਂ ਵਧਾਈ ਜਾਏਗਾ ਉਵੇਂ ਉਵੇਂ ਰੰਗ ਲੱਗਦੇ ਜਾਣਗੇ। ਸੰਗਤ ਨੂੰ ਜਿਵੇਂ ਜਿਵੇਂ ਵਧਾਏਗਾ। ਪੜ੍ਹਦੇ ਹੋ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ। ਪੜ੍ਹੋ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ। ਦੋਹਾਂ ਸਿਰਿਆ ਕਾ ਖਸਮ ਆਪ ਅਵਰ ਨਾ ਦੂਜਾ ਥਾਓ। ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ। ਜਿਵੇਂ ਜਿਵੇਂ ਵਧਾਏਗਾ ਸੰਗਤ ਨੂੰ ਉਵੇਂ ਉਵੇਂ ਰੰਗ ਚੱਲਦੇ ਜਾਣਗੇ। ਮਾੜੀ ਬੁੱਧੀ ਨਾਸ ਹੁੰਦੀ ਜਾਏਗੀ, ਅੱਛੀ ਬੁੱਧ ਦਾ ਪ੍ਰਵੇਸ਼ ਹੋਏਗਾ। ਜੇਕਰ ਚੰਗਾ ਫਲ ਲੈਣਾ ਹੋਏ ਨਾ ਤੇ ਮਾੜਿਆਂ ਦਾ ਨਾਲ ਨਾਲ ਨਾਸ ਕਰੀ ਜਾਵੀਂ। ਚੰਗੇ ਕੰਮ ਕਰਨੇ ਪੈਂਦੇ ਆ, ਮਾੜੇ ਬਦੋ ਬਦੀ ਹੁੰਦੇ ਆ, ਆਪਣੇ ਆਪ ਹੀ ਹੋਈ ਜਾਂਦੇ। ਚੰਗੇ ਕਰਨੇ ਪੈਂਦੇ ਆ। ਇੱਕ ਜ਼ਿਮੀਦਾਰ ਫਸਲ ਬੀਜਦਾ ਹੈ ਨਾ, ਜੇ ਆਲੂ ਲਾਏ, ਗੋਭੀ ਲਾਏ, ਬੈਂਗਣ ਲਾਵੇ, ਗੰਦ ਵਿੱਚ ਜ਼ਰੂਰ ਉੱਗਦਾ ਹੈ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਉੱਗਦਾ ਹੈ। ਜਿਹੜੇ ਫਿਰ ਖੇਤੀ ਦਾ ਖਿਆਲ ਨਹੀਂ ਨਾ ਕਰਦੇ, ਉਹ ਫਿਰ ਖੇਤੀ ਦਾ ਫਲ ਨਹੀਂ ਲੈ ਸਕਦੇ। ਸਬਜ਼ੀਆਂ ਵਾਲੇ ਹੋਣ, ਕਪਾਹ ਵਾਲੇ ਹੋਣ, ਆ ਝੋਨਾ ਹੀ ਲਾ ਲਓ। ਝੋਨੇ ਵਿੱਚ ਬਹੁਤ ਗੰਦ ਉੱਗਦਾ ਹੈ। ਜੇ ਉਹਦੇ ਇਲਾਜ ਨਾ ਕਰੀਏ, ਗੰਦ ਉੱਤੇ ਸਪਰੇਅ ਕਰਨੀ ਪੈਂਦੀ, ਗੰਦ ਨੂੰ ਪਾਣੀ ਖਿਲਾਰ ਖਿਲਾਰ ਕੇ ਮਾਰਨਾ ਪੈਂਦਾ ਹੈ, ਗੰਦ ਪੱਟ ਕੇ ਬਾਹਰ ਸੁੱਟਣਾ ਪੈਂਦਾ ਹੈ। ਜਦੋਂ ਜ਼ਿਮੀਂਦਾਰ ਫਸਲ ਬੀਜਦਾ ਹੈ ਨਾ, ਉਹ ਗੰਦ ਦੇ ਪਿੱਛੇ ਪੈ ਜਾਂਦਾ ਹੈ।
ਜੇ ਉਹਨੇ ਫਸਲ ਦਾ ਫਲ ਲੈਣਾ। ਭਾਈ ਜੇ ਵੀ ਤੂੰ ਕਥਾ ਕੀਰਤਨ ਸਤਸੰਗ ਦਾ ਫਲ ਲੈਣਾ ਹੈ ਨਾ, ਫਿਰ ਗੰਦ ਨੂੰ ਕੱਢਣ ਦੇ ਪਿੱਛੇ ਪੈ ਜਾਣਾ ਤੇ ਗੰਦ ਨੂੰ ਹੱਲਾਸ਼ੇਰੀ ਨਹੀਂ ਦੇਣੀ, ਗੰਦ ਨੂੰ ਵਧਣ ਨਹੀਂ ਦੇਣਾ। ਇੱਕ ਦਿਨ ਐਸਾ ਆਏਗਾ ਜੇ ਤੂੰ ਗੰਦ ਨਹੀਂ ਕੱਢੇਗਾ ਤੇ ਗੰਦ ਹੀ ਰਹਿ ਜਾਏਗਾ ਤੇ ਤੇਰੇ ਫਸਲ ਨਹੀਂ ਹੋਣੀ, ਤੇਰੇ ਪੁੰਨ ਨਜ਼ਰ ਨਹੀਂ ਆਉਣੇ, ਤੇਰੇ ਪਾਪ ਹੀ ਪਾਪ ਦਿਸਣਗੇ। ਤੂੰ ਕਹੇਗਾ ਮੈਂ ਤਾਂ ਕੀਤੇ ਨਹੀਂ। ਜ਼ਿਮੀਦਾਰ ਕਹਿੰਦਾ ਮੈਂ ਤਾਂ ਫਸਲ ਬੀਜੀ, ਇਹ ਗੰਦ ਮੈਂ ਬੀਜਿਆ ਹੀ ਨਹੀਂ। ਅਸੀਂ ਚੰਗੇ ਕਰਮਾਂ ਨੂੰ ਤੁਰੇ ਆ ਯਾਤਰਾ ਕਰਨ, ਚੰਗੇ ਕਰਮਾਂ ਨੂੰ ਪਾਠ ਕਰਨ, ਸੰਗਤ ਕਰਨ ਜੁੜੇ ਹਾਂ। ਇਹ ਮਾੜੇ ਕਿਉਂ ਜੁੜ ਗਏ ਨਾਲ? ਇਹ ਹੈ ਕਲਯੁਗ। ਕਲਯੁਗ ਦੇ ਵਿੱਚ ਮਾੜੇ ਆਪਣੇ ਆਪ ਜੁੜਨਗੇ, ਮਾੜੇ ਕੰਮ ਆਪਣੇ ਆਪ ਹੋਣਗੇ। ਇਹਨਾਂ ਦੀ ਡਿਊਟੀ ਹੈ ਕਿ ਤੁਹਾਨੂੰ ਚੰਗਿਆਂ ਦਾ ਫਲ ਨਹੀਂ ਲੈਣ ਦੇਣਾ, ਚੰਗੇ ਕਰਮ ਕਰਨ ਨਹੀਂ ਦੇਣੇ। ਫਿਰ ਕਹਿੰਦੇ ਤੂੰ ਮੂਰਖਾ, ਫਿਰ ਤੂੰ ਰੋਏਗਾ ਤੇ ਪਛਤਾਏਗਾ। ਅੱਜ ਤੈਨੂੰ ਸਾਰ ਨਹੀਂ, ਅੱਜ ਤੂੰ ਸੁਚੇਤ ਨਹੀਂ, ਫਿਰ ਕਿਵੇਂ ਖੱਟੇਗਾ, ਕਿਵੇਂ ਖਾਏਗਾ। ਜਪੜਾ ਏਕ ਓੰਕਾਰ। ਆਵਾਜ਼ ਭਾਈ ਪੂਰੀ ਕਰ। ਕਿਤੇ ਸਪੀਕਰ ਵਾਲਾ ਕਿੱਧਰ ਲੁਕਿਆ ਹੈ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਸੰਗਤ ਨੂੰ ਸਵਾਰ, ਸੰਗਤ ਦਾ ਰੰਗ ਚੜੇਗਾ, ਰੰਗ ਲੱਗਣਗੇ। ਅਜੇ ਸੋ ਰੋਵੇ ਪਿਛਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਬੰਦਿਆ ਐਵੇਂ ਸਜ਼ਾ ਮਿਲਦੀਆਂ ਮਾੜੇ ਕੰਮਾਂ ਦੀ।
ਇਹਨਾਂ ਦੇ ਵੱਡਿਆਂ ਵਡੇਰਿਆਂ 'ਚ ਹੋਇਆ ਅੱਜ ਰਾਜਾ। ਪਾਂਡਵਾਂ ਦੇ ਵਿੱਚੋਂ, ਕੌਰਵਾਂ ਦੇ ਵਿੱਚੋਂ ਅੱਜ ਰਾਜਾ ਹੋਇਆ। ਜਿੰਦਾ ਕਥਾ ਵਿੱਚ ਨਾਂ ਆਉਂਦਾ ਹੈ। ਕਿਤੇ ਰਾਜਾ ਖੜਾ ਸੀ ਘੋੜਿਆਂ ਦੇ ਤਬੇਲੇ 'ਚ, ਤੇ ਸਾਧੂ ਭਿੱਛਿਆ ਲੈਣ ਵਾਲੇ ਰੱਬ ਦੇ ਨਾਂ ਦਾ ਬੀਜਦੇ ਸੀ। ਉਹਨਾਂ ਨੂੰ ਲੋੜ ਨਹੀਂ ਸੀ ਭਿੱਖਿਆ ਦੀ। ਉਹ ਲੋਕਾਂ ਦਾ ਰੱਬ ਦੇ ਨਾਂ 'ਤੇ ਬੀਜਦੇ ਸੀ। ਆਓ ਭਾਈ, ਜਿਹਨੇ ਬੀਜ ਬੀਜਣਾ ਹੈ ਬੀਜ ਲਓ, ਮਹਾਂਪੁਰਸ਼ਾਂ ਨਾਲ ਰਲ ਕੇ ਇਹਨੂੰ ਫਲ ਲੱਗਣਗੇ। ਜੇ ਤੂੰ ਪਾਪ ਬੀਜ ਲੇਗਾ ਤਾਂ ਫਿਰ ਪਾਪ ਵੀ ਤੇਰੇ ਜ਼ਰੂਰ ਵਧਣਗੇ। ਵੱਧਦੀ ਏ ਬੁਰਿਆਈ ਵੀ, ਵੱਧਦੇ ਨੇ ਚੰਗੇ ਕਰਮ ਵੀ, ਚੰਗੀ ਸੰਗਤ ਵੀ। ਜਿਵੇਂ ਜਿਵੇਂ ਰੰਗ ਚੜ੍ਹੇਗਾ ਇਹ ਵੀ ਬਹੁਤ ਵਧੇਗੀ। ਰਾਜਾ ਖੜਾ ਸੀ ਤਬੇਲੇ 'ਚ, ਭਿੱਖਿਆ ਲੈਣ ਵਾਲੇ ਮਹਾਂਪੁਰਖ ਆ ਗਏ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰਹਿੰਦੇ ਸੀ। ਰਾਜਾ ਭਿੱਖਿਆ ਦੇ ਬੀਜ ਲਾ ਆਖੋ ਸੀ, ਬੀਜ ਬੀਜ ਲਾ ਭਿੱਖਿਆ ਦੇ ਰਾਜਾ। ਹੁਣ ਰਾਜੇ ਨੂੰ ਤਾਂ ਚਾਹੀਦੇ ਹੀਰੇ ਮੋਤੀ ਦੇਣੇ, ਚੰਗੀ ਚੀਜ਼ ਮਹਾਂਪੁਰਖਾਂ ਸਾਧੂਆਂ ਤਾਂ ਰੱਖਣੀ ਨਹੀਂ, ਉਹਨਾਂ ਦਾ ਨਾਲ ਹੀ ਗਾਂਹ ਦੀ ਗਾਂਹ ਕਰ ਦੇਣੀ। ਬਾਬਾ ਜੀ ਕੋਲ ਕੋਈ ਆਇਆ, ਪ੍ਰੇਮੀ ਜੀ ਮੈਂ 2-4 ਕਰੋੜ ਰੁਪਈਆ ਦੇਣਾ ਸੇਵਾ 'ਚ। ਮਹਾਂਪੁਰਖ ਥੋੜ੍ਹਾ ਚੁੱਪ ਕਰਕੇ ਕਹਿੰਦੇ ਠੀਕ ਹੈ ਭਾਈ। ਮੈਨੂੰ ਬੁਲਾ ਲਿਆ ਬਾਬਾ ਖੇਮ ਸਿੰਘ ਜੀ ਨੇ, ਹਜ਼ੂਰ ਸਾਹਿਬ ਜਾਣਾ ਹੈ। ਇੱਥੇ ਆ ਗਏ, ਕਹਿੰਦੇ ਵੀ ਟੋਇਆ ਪੱਟਣ ਵਾਸਤੇ ਆਏ ਆ। ਮੈਂ ਕਿਹਾ ਜੀ ਕਾਹਦੇ ਵਾਸਤੇ? ਕਹਿੰਦੇ ਕਿਸੇ ਦੀ ਮਾਇਆ ਆਉਣੀ ਸਾਡੇ ਕੋਲ ਸੇਵਾ 'ਚ, ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਸੀ ਇਹਨੂੰ ਪਹਿਲੋਂ ਹੀ ਟੋਇਆ ਪੱਟ ਕੇ ਰੱਖਿਆ ਜੀ, ਇਹਨੂੰ ਦੱਬ ਦੇਣਾ ਹੈ। ਤੇ ਅਸੀਂ ਆਏ ਹਾਂ ਟੋਇਆ ਪੱਟਣ। ਇਹ ਬਾਬਾ ਜੀ ਨੇ ਬਚਨ ਕੀਤੇ ਜਦੋਂ ਇੱਥੇ ਰਾਮਾ ਕ੍ਰਿਸ਼ਨਾ ਸਿਨੇਮਾ ਸੀ, ਰਾਮਾ ਕ੍ਰਿਸ਼ਨਾ ਟਾਕੀ ਕਹਿੰਦੇ ਸੀ, ਵੀ ਆਹ ਜਗ੍ਹਾ ਲੈਣੀ 5 ਕਰੋੜ ਦੀ, 5 ਕਰੋੜ ਦੀ ਜਗ੍ਹਾ ਹੈ। ਬਾਬਾ ਜੀ ਕਹਿੰਦੇ ਟੋਇਆ ਪੱਟਣ ਆਏ ਆ ਭਾਈ, ਮਾਇਆ ਆਉਣੀ ਹੈ ਤੇ ਮਾਇਆ ਲਾਉਣੀ। ਮਹਾਂਪੁਰਸ਼ ਨਹੀਂ ਰੱਖਦੇ ਨਾਲ ਦੀ ਨਾਲ, ਚੱਲ ਭਲੇ ਅਰਥ ਬਈ ਜੀਵਾਂ ਦਾ ਉਧਾਰ ਕਰਨਾ ਹੈ, ਜੀਵਾਂ ਦਾ ਬੀਜ ਬੀਜਣਾ ਹੈ। ਛੱਟਾ ਦੇ ਕੇ ਹਰੀ ਨਾਮ ਦਾ ਮਹਾਂਪੁਰਸ਼ੇ ਬੀਜ ਬੀਜਦੇ, ਜੀਵਾਂ ਦੇ ਫਾਹੇ ਕੱਟਣ ਵਾਲਾ। ਹੁਣ ਭਾਈ ਜੇ ਆਪਾਂ ਜਪ ਲਾਂਗੇ ਨਾਮ ਤੇ ਚੰਗਾ ਹੈ। ਵੈਸੇ ਤਾਂ ਸਾਰੇ ਦੇਸ਼ਾਂ ਦੇ ਹੱਥ ਖੜੇ ਆ, ਜਿਹੜੇ ਵੱਡੇ ਵੱਡੇ ਸਾਧੂ ਸੀ, ਮੰਡੀਆਂ ਵਾਲੇ, ਬੜੇ ਬੜੇ ਆਸ਼ਰਮਾਂ ਵਾਲੇ, ਲੱਖਾਂ ਜਿਨ੍ਹਾਂ ਦੇ ਚੇਲੇ ਸੀ, ਉਹਨਾਂ ਵੀ ਹੱਥ ਖੜੇ ਕਰਦੇ ਹਿੰਦੂ ਧਰਮ ਦੇ ਵਿੱਚ, ਬਈ ਅਸੀਂ ਕੁਝ ਕਰ ਨਹੀਂ ਸਕਦੇ। ਸੇਵਕ ਕਹਿੰਦੇ ਮਹਾਰਾਜ ਬੜਾ ਕਰੋਨਾ ਵਾਇਰਸ ਆ ਗਿਆ ਹੈ,
ਮਹਾਮਾਰੀ। ਹਾਂ ਭਾਈ, ਹੁਣ ਅਸੀਂ ਕੁਝ ਕਰ ਨਹੀਂ ਸਕਦੇ। ਸਾਰਿਆਂ ਦੇ ਹੱਥ ਖੜੇ ਹੋ ਗਏ, ਇਹਨੂੰ ਰੋਕ ਨਹੀਂ ਸਕਿਆ ਕੋਈ। ਇਹ ਵੱਧ ਗਈ। ਪਹਿਲੋਂ ਤਾਂ ਲੋਕਾਂ ਨੂੰ ਰੋਕਦੇ ਰਹੇ, ਰੁਕ ਜਾਓ, ਵੜ ਜਾਓ ਅੰਦਰ, ਵੜ ਜਾਓ ਅੰਦਰ। ਹੁਣ ਲੱਖਾਂ ਦੇ ਹੋ ਗਈ, ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਦੁਨੀਆ ਮਰਨ ਲੱਗੀ। 400 500 ਕਿਤੇ 3-4 ਹੀ ਮਰਦੇ ਸੀ ਕਰੋਨਾ ਵਾਇਰਸ ਨਾਲ। ਹੁਣ 400-500 ਮਰਦਾ ਹੈ ਹਿੰਦੁਸਤਾਨ 'ਚ ਰੋਜ਼, ਤੇ ਪਤਾ ਹੀ ਨਹੀਂ ਕਿੰਦਾ ਕਿੰਦਾ ਨੰਬਰ ਲੱਗ ਜਾਣਾ। ਇੱਕ ਨਹੀਂ, ਹੋਰ ਵੀ ਸੁਨੇਹੇ ਮਿਲੀ ਜਾਂਦੇ ਆ। ਵੈਸੇ ਤਾਂ ਭਵਿੱਖਬਾਣੀ ਕਰਨ ਵਾਲੇ ਬੜੇ ਬੜੇ ਜੋਤਿਸ਼ ਦੇ ਕੈਲੰਡਰ, ਉਹ ਕਹਿੰਦੇ 2020 ਵਿੱਚ ਦੁਨੀਆ ਦਾ ਨਾਸ ਸੀ। 5-7 ਪਹਿਲੋਂ ਵੀ ਕਹਿੰਦੇ ਸੀ 10-12 ਦੇ ਵਿੱਚ ਦੁਨੀਆ ਦਾ ਅੰਤ। ਸਤਿਗੁਰ ਕਹਿੰਦੇ ਅਜੇ ਵੀ ਚੇਤੇ ਕਰ ਲਾ ਰੱਬ ਨੂੰ, ਅਜੇ ਤੈਨੂੰ ਵੇਖ ਕੀ ਦਿਸਦਾ ਪਿਆ। ਅਜੇ ਵੀ ਤੂੰ ਪਾਪ ਕਰਨ 'ਤੇ, ਬੁਰਾਈਆਂ ਕਰਨ 'ਤੇ, ਮਾਇਆ ਇਕੱਠੀ ਕਰਨ 'ਤੇ, ਧੋਖੇ ਬਾਜ਼ੀਆਂ ਬੀਜ ਲਾ, ਮੰਡ ਲਾ, ਲਾਈ ਜਾ, ਭਲੇ ਕਰੀ ਜਾ ਦੁਨੀਆ ਦੇ। ਰਾਜੇ ਨੇ ਵੇਖਿਆ ਵੀ ਮੈਂ ਘੋੜੇ ਦੇਖਣ ਆਇਆ, ਲਿੱਦ ਵਿੱਚ ਖੜਾ, ਸਾਧ ਕਿਹੋ ਜਿਹਾ, ਇਹ ਇੱਥੇ ਭਿੱਖਿਆ ਲੈਣ ਆਇਆ। ਉਹਨੇ ਕਿਹਾ ਬਾਬਾ ਲਿੱਦ ਹੈਗੀ ਮੇਰੇ ਕੋਲ ਇੱਥੇ, ਇਹੀ ਪਾ ਦੇ ਰਾਜਾ। ਰਾਜੇ ਨੇ ਬੁੱਕ ਲਿੱਦ ਦਾ ਪਾਤਾ ਸਾਧੂ ਦੀ ਝੋਲੀ 'ਚ। ਨਾ ਸਾਧੂ ਨੇ ਦਿੱਤਾ ਸ਼ਰਾਪ, ਨਾ ਕੋਈ ਮਾੜਾ ਆਖਿਆ। ਸਾਧੂ ਦਾ ਇੱਕੋ ਹੀ ਕਹਿ ਰਿਹਾ ਸੀ, ਬੀਜ ਲਓ ਭਾਈ। ਬਾਬਾ ਆਨੰਦ ਸਿੰਘ ਜੀ ਕੋਈ ਧਾਰਨਾ ਲਾਉਂਦੇ ਸੀ, ਇੱਕੋ ਹੀ, ਹਰ ਮਹੀਨੇ ਲਾਉਂਦੇ ਸੀ। ਵਿੱਚੋਂ ਵੀ ਕਈ ਵਾਰੀ ਕਹਿੰਦੇ ਸੀ ਲਾਓ ਭਾਈ। ਕੱਲੂ ਆਇਓ ਰੇ ਇੱਕ ਨਾਮ ਬੋਵੋ, ਬੋਵੋ ਬੋਵੋ ਦਾ ਮਤਲਬ ਬੀਜ ਲਓ। ਕੱਲੂ ਦਾ ਮਤਲਬ ਹੈ ਕਲਯੁਗ। ਪੜ੍ਹਿਓ अब कल्लू आयो रे एक नाम बो बो बो, अब कल्लू आयो रे जी एक नाम बो बो बो। अब कल्लू आयो रे जी एक नाम बो बो बो, अब कल्लू आयो रे एक नाम बो बो बो। अब कल्लू आयो रे एक नाम बो बो बो, कल्लू आयो रे एक नाम बो बो बो। नाम बो 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 एक नाम बो बो बो, नाम बो 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 एक नाम बो बो बो, नाम बो बो एक नाम बो बो बो, नाम बो बो एक नाम बो बो बो। अब कल्लू आयो रे एक नाम बो बो, अब कल्लू आयो रे एक नाम बो बो। कल्लू आयो रे एक नाम बो बो बो, कल्लू आयो रे एक नाम बो बो। अब कल्लू आयो रे जी एक नाम बो बो, अब कल्लू आयो रे एक नाम बो बो। कल्लू आयो रे एक नाम बो बो, कल्लू आयो रे एक नाम बो बो। संगत करिए साध की, ਇਹ ਭਲਾ ਕਰੇਗੀ। ਤੇ ਸੰਗਤ ਕਰਨ ਦੀ ਜਾਂਚ ਵੀ ਹੋਵੇ। ਮਹਾਂਪੁਰਖ ਬਾਬਾ ਖੇਮ ਸਿੰਘ ਜੀ ਬੜੇ ਬੰਦਗੀ ਵਾਲੇ ਸੀ, ਬੜੇ ਨਾਮ ਵਾਲੇ। ਹਰ ਇੱਕ ਨੂੰ ਦੱਸਦੇ ਸੀ ਤੂੰ ਕਿਵੇਂ ਇੱਥੇ ਆਉਣਾ ਭਾਈ, ਕਿਸ ਰੂਪ 'ਚ ਆਉਣਾ ਹੈ, ਕਿਵੇਂ ਸੇਵਾ ਕਰਨੀ, ਕਿਵੇਂ ਨਾਮ ਜਪਣਾ ਹੈ। ਇੱਥੇ ਸੰਗਤ ਵਿੱਚ ਨੰਗੇ ਸਿਰ ਨਹੀਂ ਆਉਣਾ, ਪਹਿਰਾਵਾ ਸਾਦਾ ਪਹਿਨ ਕੇ ਆਉਣਾ। ਬੜੇ ਕੁੜੀਆਂ ਜੀਨਾਂ ਜੂਨਾਂ ਪਾਉਣ ਲੱਗੀਆਂ ਪਏ।
ਹੋਰ ਕਈ ਕੁਝ ਬਾਬਾ ਜੀ ਨੇ ਬੋਰਡ ਲਾਤਾ ਲਿਖ ਕੇ ਵੀ ਇਹੋ ਜਿਹੀ ਬੀਬੀ ਕੋਈ ਵੜੇ ਨਾ ਡੇਰੇ 'ਚ, ਸਾਦਾ ਲਿਬਾਸ ਪਹਿਨ ਕੇ ਆਏ। ਸੰਗਤ 'ਚ ਆਉਣ ਦਾ ਜੁਗਤ ਹੋਵੇ, ਸੰਗਤ 'ਚ ਨਹੀਂ ਬਹੁਤਾ ਕੁਝ ਕਰਕੇ ਆਉਣਾ। ਇੱਕ ਬੀਬੀ ਉਹ ਸਿੱਖਾਂ ਦੇ ਵਿੱਚ ਸਾਧਵੀ ਬਣ ਗਈ, ਸਾਧਵੀ, ਅਤੇ ਉਹਨਾਂ ਫਿਰ ਮਹਾਰਾਜ ਜੀ ਕਰਕੇ ਫਿਰ ਸੰਗਤ ਬੁਲਾਉਂਦੀ, ਪੁੱਛਦੀ ਸਵਾਲ ਜਵਾਬ। ਉਹ ਕਹਿੰਦੇ ਭਾਈ ਪਹਿਲਾਂ ਸੰਗਤ 'ਚ ਸੰਗੀ ਬਣ ਕੇ ਆਇਆ। ਇੱਕ ਬੀਬੀ ਬਾਹਦੇ ਭੜਕੀਲੇ ਜੇ ਫੈਸ਼ਨ ਕਰਕੇ ਆਏ ਕਰੇ, ਆਪਣੇ ਸਿੱਖਾਂ ਦੇ ਵਿੱਚ ਸਿਰ ਢੱਕ ਕੇ ਜਾਂ ਪੂਰੇ ਕੱਪੜੇ ਪਾ ਕੇ ਆਉਣਾ, ਸੰਗਤ ਵਿੱਚ ਕਹਿੰਦੇ ਆ ਉਹ ਅੱਧੇ ਕੱਪੜੇ ਨੰਗੇ ਸਿਰ ਹੁੰਦੇ ਹਿੰਦੂਆਂ ਦੇ ਵਿੱਚ। ਉਹ ਕਹਿੰਦੀ ਮਹਾਰਾਜ ਜੀ ਵੀ ਮਨ ਨਹੀਂ ਟੇਕਦਾ, ਮਨ ਨਹੀਂ ਟੇਕਦਾ। ਉਹ ਕਹਿੰਦੀ ਇੰਨੇ ਭੜਕੀਲੇ ਫੈਸ਼ਨ ਕਰਕੇ ਮਨ ਕਿੱਥੇ ਟਿਕੇਗਾ। ਸੰਗਤ ਵਿੱਚ ਆਉਣਾ ਹੈ, ਇਹੋ ਜਿਹੇ ਭੜਕੀਲੇ ਇਹੋ ਜਿਹੇ ਕੁਝ ਕਰਕੇ ਨਹੀਂ ਆਉਣਾ। ਬੜਿਆਂ ਨੂੰ ਵੇਖੀਦਾ ਸੰਗਤ ਵਿੱਚ ਆਉਣ ਦਾ ਪਤਾ ਹੀ ਨਹੀਂ। ਕਹਿੰਦੇ ਐਵੇਂ ਨਹੀਂ ਮਨ ਟੇਕਦੇ, ਐਵੇਂ ਤਾਂ ਮਨ ਭੜਕਦੇ ਆ। ਮਨ ਸੰਗਤ ਵਿੱਚ ਸੰਗੀ ਬਣ ਕੇ ਨਾਮ ਜਪੇ, ਸਿਮਰਨ ਕਰੇ, ਆਪਦੇ ਪਾਪ ਬਖਸ਼ਾਏ। ਪਾਪ ਪੁੰਨ ਕਰਮ ਕਰਨ ਵਾਲੀ ਜਗ੍ਹਾ ਤੇ ਪਾਪ ਨਹੀਂ ਕਰਨਾ ਕਦੀ ਵੀ। ਬਾਬਾ ਜੀ ਕੋਲ ਬਹੁਤ ਵਿਹੰਗਮ ਰਹਿੰਦੇ ਸੀ। ਇੱਕ ਹੈਗਾ ਸੀ ਗੁਰਬਚਨ ਸਿੰਘ ਨਾਂ ਸੀ, ਪੱਪੂ ਦਾ ਨਾਂ ਸੀ। ਬਾਬਾ ਜੀ ਛੋਟੇ ਨੂੰ ਬੜਾ ਪ੍ਰੇਮ ਕਰਦੇ ਸੀ, ਉਹਨੂੰ ਜੋੜੀ ਸਿਖਾਈ, ਕੋਲ ਰੱਖਣਾ, ਕੋਲ ਸੋਣਾ, ਰੋਟੀ ਕੋਲ ਖਵਾਉਣੀ। ਬਾਬਾ ਜੀ ਨੇ ਕਿਹਾ ਸੀ ਭਾਈ ਹਜ਼ੂਰ ਸਾਹਿਬ ਜਦੋਂ ਵੀ ਜਾਣਾ ਨਾ ਬੜੇ ਡਰ ਭੈ ਨਾਲ ਜਾਣਾ। ਉਹ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਜਗ੍ਹਾ ਹੈ, ਜਿਵੇਂ ਮੁਸਲਮਾਨਾਂ ਦਾ ਮੱਕਾ ਹੈ। ਉੱਥੇ ਜਾ ਕੇ ਗਲਤੀ ਨਹੀਂ ਕਰਨੀ ਕੋਈ, ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਅਤੇ ਬਾਪੂ ਹਮੀਰ ਸਿੰਘ ਸੀ, ਉਹ ਕਹਿੰਦੇ ਬਾਬਾ ਜੀ ਵੀ ਸਾਡਾ ਫੁਰਨਾ ਬਣਿਆ ਸੀ ਹਜ਼ੂਰ ਸਾਹਿਬ ਜਾ ਕੇ ਆਈਏ। ਪਹਿਲੀ ਗੱਡੀ ਬਾਬਾ ਜੀ ਦੇ ਕੋਲ ਆਈ ਸੀ ਅੰਬੈਸਡਰ ਕਾਰ, ਅੰਦੌਰ ਵਾਲੇ ਨੇ ਸਰਦਾਰ ਨੇ ਦਿੱਤੀ ਸੀ। ਪਹਿਲੋਂ ਗੱਡੀ ਨਹੀਂ ਹੈਗੀ ਸੀ ਬਾਬਾ ਜੀ ਕੋਲ ਕਾਰ। ਉਹ ਕਾਰ ਦੇ ਕੇ ਬਾਬਾ ਜੀ ਨੇ ਕਿਹਾ ਸਾਡੇ ਰਾਗੀਆਂ ਨੂੰ ਵੀ ਨਾਲ ਲੈ ਜਾ, ਹਮੀਰ ਸਿੰਘ ਨੂੰ। ਪੱਪੂ ਪੱਪੂ ਉਹਦਾ ਨਾਮ ਸੀ, ਆ ਗਿਆ ਇੱਥੇ। ਚੰਚਲ ਬੜੀ ਮੱਤ ਸੀ। ਬਾਬਾ ਜੀ ਬੜਾ ਪ੍ਰੇਮ ਕਰਦੇ ਸੀ। ਇੱਥੇ ਆ ਕੇ 5-7 ਦਿਨ ਰਹੇ। ਚੰਚਲ ਸੀ, ਨੌਜਵਾਨ ਸੀ, ਪਾਪ ਛੇਤੀ ਆਉਂਦੇ ਆ। ਉਹ ਕਿਸੇ ਲੜਕੀ ਦੇ ਚੱਕਰਾਂ 'ਚ ਪੈ ਗਿਆ, ਇੱਥੇ ਗਲਤ ਹਰਕਤਾਂ ਕਰਨ ਲੱਗਿਆ, ਉਹਦੇ ਪਿੱਛੇ ਲੱਗਣ ਲੱਗਿਆ। ਜਿਹੜੇ ਮੁਖੀ ਸੀ ਉਹਨਾਂ ਸਮਝਾਇਆ ਵੀ ਬਾਬਾ ਜੀ ਦੀ ਬੜੀ ਤਾੜਨਾ ਹੈ, ਹਜ਼ੂਰ ਸਾਹਿਬ ਪੁੰਨ ਬੀਜ ਕੇ ਆਉਣੇ ਆ, ਪਾਪ ਨਹੀਂ, ਕੁੱਲ ਨਾਸ ਹੋ ਜਾਂਦੀ। ਸਾਰਿਆਂ ਤੋਂ ਸਾਡੇ ਵਿਹੰਗਮਾਂ 'ਚੋਂ ਪਹਿਲਾ ਵਿਹੰਗਮ ਉਹ ਸੀ, ਪੱਪੂ ਜੀ ਨੂੰ ਕਹਿੰਦੇ ਸੀ। ਪਿੰਡ ਮਸੀਤਾਂ ਤੋਂ ਆਇਆ ਸੀ ਬਾਬਾ ਜੀ ਕੋਲ। ਬਸ ਫਿਰ ਇੱਥੋਂ ਦੀ ਧੱਕਾ ਪਿਆ ਗੁਰੂ ਗੋਬਿੰਦ ਸਿੰਘ ਜੀ ਦਾ। ਫਿਰ ਉਹਦੇ ਤੋਂ ਗਲਤ ਕੰਮ ਹੀ ਹੋਏ, ਨਾਨਕ ਸਾਹਿਬ 'ਚ ਚੰਗਾ ਨਹੀਂ ਕੋਈ ਹੋਇਆ।
ਬਾਬਾ ਜੀ ਨੇ ਉਹਨੂੰ 8-10 ਸਾਲ ਦਾ ਹੋਰ ਸਮਾਂ ਦੇਤਾ ਵੀ ਸਵਾਰ ਲਾ, ਸ਼ਾਇਦ ਤੂੰ ਤਰ ਜਾਵੇਂ ਹੁਣ ਵੀ ਬਚ ਜਾਏ, ਤੂੰ ਹੁਣ ਵੀ ਬਚ ਜਾਏ। 8-10 ਸਾਲਾਂ ਬਾਅਦ ਸਾਨੂੰ ਪਤਾ ਮੂੰਹ ਕਾਲਾ ਕਰਕੇ ਨਾਨਕਸਰ 'ਚੋਂ ਚਲਾ ਗਿਆ, ਵਿਆਹ ਸ਼ਾਦੀ ਕਰਾ ਲਈ, ਪੱਠੇ ਲਾਏ, ਘਾਟੇ ਪੈ ਗਏ, ਹਾਲ ਮਾੜਾ ਹੀ ਹੋਇਆ। ਮਹਾਂਪੁਰਸ਼ ਚੰਗੇ ਕੰਮਾਂ ਲਈ ਭੇਜਦੇ, ਜੇ ਮਾੜੇ ਕਰਨੇ ਸ਼ੁਰੂ ਕਰਦੇ ਫਿਰ ਇਹਦੀ ਠਾਹ ਨਹੀਂ ਲੱਗਦੀ ਕਿਤੇ ਵੀ, ਫਿਰ ਦਿਨੋਂ ਦਿਨ ਕੁੱਲ ਨਾਸ ਹੋ ਜਾਂਦੀ। ਕਲਗੀਧਰ ਪਾਤਸ਼ਾਹ ਜੀ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ। ਜਿੰਨੇ ਪੰਜਾਬ ਤੋਂ ਸੰਤ ਮਹਾਂਪੁਰਸ਼ ਆਉਂਦੇ ਸੀ, ਜਿੰਨੇ ਹੁੰਦੇ ਸੀ, ਵੀ ਸਾਲ 'ਚ 1 ਮਹੀਨਾ ਜ਼ਰੂਰ ਹਜ਼ੂਰ ਸਾਹਿਬ ਲਾਉਣਾ ਹੈ, 2 ਮਹੀਨੇ ਹਜ਼ੂਰ ਸਾਹਿਬ ਜ਼ਰੂਰ ਲਾਉਣੇ ਆ ਸਾਲ 'ਚ, ਕਿਤੇ ਰਹਿ ਜਾਣਾ ਚਲੋ ਭਾਈ 2 ਸਾਲਾਂ 'ਚ ਹੀ ਸੀ। ਨਾਮ ਦਾ ਬੀਜ ਬੀਜਦਾ ਫਿਰ ਖਾਵਾਂਗੇ, ਬੀਜਾਂਗੇ ਤੇ ਖਾਵਾਂਗੇ। ਜਿਹਨੂੰ ਬਾਬਾ ਜੀ ਆਪ ਰੋਟੀ ਖਵਾਉਂਦੇ ਸੀ, ਮਹਾਂਪੁਰਖ ਆਪਦੇ ਨਾਲ ਪਾਉਂਦੇ ਸੀ, ਹਰ ਵੇਲੇ ਉਹਦਾ ਖਿਆਲ ਰੱਖਦੇ ਸੀ। ਜੋੜੀ ਬਾਬਾ ਜੀ ਨੇ ਆਪ ਸਿਖਾਈ ਸੀ। ਸਭ ਤੋਂ ਪਹਿਲਾ ਬੇਹੰਗਮ ਉਹ ਸੀ, ਪਰ ਥੁੜਕ ਗਿਆ। ਕਹਿੰਦੇ ਸੰਤਾਂ ਮਹਾਂਪੁਰਖਾਂ ਦਾ ਸੇਵਕ ਸੀ, ਇਹ ਜਾਮਲ ਬ੍ਰਾਹਮਣ ਦਾ ਪੁੱਤਰ ਸੀ, ਪਰ ਕੰਜਰੀ ਮਗਰ ਲੱਗ ਗਿਆ ਸੀ ਤੇ ਫਿਰ ਬੜੇ ਘਾਟੇ ਪਏ, ਬੜੇ ਨਰਕ ਭੋਗੇ, ਨਰਕ 1000। ਜਿੰਨੀਆਂ ਸਜ਼ਾਵਾਂ ਸਾਰੀਆਂ ਮਨਮੁਖਾਂ ਨੂੰ, ਜਿੰਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪਣਾ ਮਾਸਾ ਹੈ। ਜਿੰਨੇ ਨਰਕੋ ਮਨਮੁਖਾਂ ਨੇ ਭੋਗੇ। ਸਾਡੇ ਨਾਲ ਵੀ ਬਹੁਤ ਸੰਗਤਾਂ ਹਜ਼ੂਰ ਸਾਹਿਬ ਆਉਂਦੀਆਂ ਜਾਂਦੀਆਂ, ਬੜੇ ਐਸੇ ਵੀ ਗੁਰਮੁਖ ਆਏ ਜੀ, ਸਾਡਾ ਘਰ ਬਾਹਰ ਕਰਜ਼ੇ ਹੋ ਗਏ, ਅਸੀਂ ਉੱਜੜ ਗਏ ਹਾਂ। ਅਸੀਂ ਕਿਹਾ ਵੀ ਆ ਜਾਓ ਹਜ਼ੂਰ ਸਾਹਿਬ, ਸੇਵਾ ਕਰਨ ਚੱਲੇ ਹਾਂ। ਉਹਨਾਂ ਨੇ ਵੀ ਆ ਜਾਣਾ। ਇੱਥੇ ਸੇਵਾ ਕੀਤੀਆਂ, ਮਨ ਨੀਵਾਂ ਰੱਖਿਆ, ਅੱਜ ਉਹਨਾਂ ਦੇ ਕਾਰੋਬਾਰ ਚੱਲਦੇ ਪਏ। ਪਹਿਲਾਂ ਉਹਨਾਂ ਦੇ ਕਰਜ਼ੇ ਚੜ੍ਹੇ ਸੀ, ਅੱਜ ਉਹਨਾਂ ਕੋਲ ਸਭ ਕੁਝ ਗੁਰੂ ਨੇ ਵਾਧੂ ਕੀਤਾ ਹੈ, ਕੋਈ ਕਰਜ਼ੇ ਨਹੀਂ। ਮਨ ਨਾਲ ਸੇਵਾ ਕਰਕੇ ਤੇ ਕਈਆਂ ਨੇ ਘਰ ਵੀ ਡੋਬ ਲਏ ਇੱਥੇ ਆ ਕੇ। ਜਿਨ੍ਹਾਂ ਨੂੰ ਸੰਗਤ ਕਰਨ ਦੀ ਜਾਚ ਨਹੀਂ ਆਈ, ਉਹ ਕਹਿੰਦੇ ਝੜ ਜਾਣਗੇ। ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੂੰ ਸੇਵਾ ਕਰਨ ਦੀ ਜਾਚ ਨਹੀਂ ਆਈ, ਉਹ ਝੜ ਕੇ ਜਾਂਦੇ ਨੇ। ਮੇਰਾ ਉਸ ਦੇ ਨਾਲ ਬੜਾ ਪ੍ਰੇਮ ਹੋ ਗਿਆ, ਪੱਪੂ ਦੇ ਨਾਲ। ਉਹਦੇ ਨਾਲ ਹੀ ਰਹਿਣਾ ਕਰਨਾ। ਬਾਬਾ ਜੀ ਨੇ 1-2 ਨੂੰ ਕਿਹਾ ਵੀ ਇਹਨੂੰ ਕਹਿ ਦਿਓ ਵੀ ਉਹਦੀ ਸੰਗਤ ਛੱਡ ਦੇ। ਮੈਨੂੰ, ਅਸੀਂ ਦੋਨੋਂ ਯਾਰ ਬਣੇ ਸੀ ਕਸਮ ਪਾ ਕੇ। ਉਹਨੇ ਮੈਨੂੰ, ਮੈਂ ਛੋਟਾ ਸੀ, ਉਹ ਥੋੜ੍ਹਾ ਵੱਡਾ ਸੀ, ਗੱਲਾਂ ਵਿੱਚ ਉਹਨੇ ਮੈਨੂੰ ਬੜਾ ਪੱਕਾ ਕਰ ਲਿਆ। ਮੈਨੂੰ ਨਕੋਦਰ ਸੰਤ ਰਹਿੰਦੇ ਆ ਗੁਰਬਖਸ਼ ਸਿੰਘ, ਲੱਡੂ ਕਹਿੰਦੇ ਸੀ। ਉਹਨੇ ਕਿਹਾ ਬਾਬਾ ਜੀ ਕਹਿੰਦੇ ਵੀ ਇਹਦੀ ਸੰਗਤ ਛੱਡ ਦੇ। ਪਤਾ ਸੀ ਵੀ ਉਹਨੇ ਡੁੱਬਣਾ ਹੈ, ਇਹ ਨਾ ਡੁੱਬ ਜੇ। ਉਹਨੂੰ ਮੈਂ ਕਿਹਾ ਵੀ ਮੈਂ ਪੱਪੂ ਨੂੰ ਤਾਂ ਨਹੀਂ ਛੱਡਣਾ, ਪਰ ਬਾਬਿਆਂ ਨੂੰ ਛੱਡ ਦਿਆਂਗਾ। ਮਾੜੀ ਸੰਗਤ ਦਾ ਅਸਰ। ਉਹਨੇ ਬਾਬਾ ਜੀ ਨੂੰ ਦੱਸਿਆ। ਬਾਬਾ ਜੀ ਦੀ ਫਿਰ ਦਇਆ ਆ ਗਈ, ਦਿਆਲਤਾ ਆ ਗਈ। ਮਹਾਂਪੁਰਖਾਂ ਨੇ ਪਹਿਲੋਂ ਕੰਨਾਂ ਵਿੱਚ ਆਵਾਜ਼ ਮਾਰੀ, ਬਈ ਭਾਈ ਮਾੜੀ ਬੰਦੇ ਦੀ ਸੰਗਤ ਛੱਡ ਦੇ। ਮੈਂ ਜਵਾਬ ਦੇਤਾ,
फिर मेरे हिरदे च आवाज़ मारी उन्होंने, आखो मेरे हिरदे च आवाज़ मारी भी इस बंदे ने तो डुब जाना है, ते जे को उसका संगी होवे नाले लय सदावे, जेड़े डुबण वाले दी संगत करनगे वो डुब जाणगे। सांगुक संगी बैसते तेन पूछे धर्म राए, जेड़े माड़े बंदियां नाल रहिंदे आ ना उन्हां नूं धर्मराज जरूर नरक च पुछगिछ करेगा, कुटमार करेगा, नरकां च सिटेगा, माड़े जन्म देवेगा। संगत महापुरखां दी लभ गुरु वालियां दी। बाबा जी ने फिर मेरे हिरदे च बोल मार के मेरे ते नज़र मेहर दी करके उहदे नालों मेरा नाता तोड़ता। संगत च मन च लाएमान हो गया। मन नूं समझ पै गई कि मैं अपने गुरुआं महापुरखां नूं नहीं छड्डना, मैं माड़ी संगत माड़े बंदे दी संगत छड्ड दिआंगा। बाबा जी ने ऐसी कृपा कीती, विध बनाई। पढ़ लो मेरे सतगुरु होए दयाल, कीता नजरो नजर निहाल। मेरे सतगुरु होए दयाल, कीता नजरो नजर निहाल। मैं बलिहारे जावा, मेरे सतगुरु होए दयाल, कीता नजरो नजर निहाल। मैं बलिहारे जावा। मेरी रेख च मारी वेख, सोने सोने लिख दे लेख। मैं बलिहारे, मेरी रेख च मारी सी मेख, सोने सोने लिखते मेरे लेख। मैं बलिहारे जावा। मेरे सतगुरु होए दयाल, कीता नजरो नजर निहाल। मैं बलिहारे जावा। मेरे सतगुरु होए दयाल, कीता नजरो नजर निहाल। मैं बलिहारे जावा। वो कीता सूली तो सूल, बनाते कंडियां देवी फूल। मैं बलिहारी कीता सूली तो सूल, बनाते कंडियां देवी फूल। मैं बलिहारी जावा। मेरे सतगुरु होए दयाल, कीता नजरो नजर निहाल। मैं बलिहारे जावा। मेरे सतगुरु होए दयाल, कीता नजरो नजर निहाल। मैं बलिहारे जावा। मेरे कटते हो सारे रोग, बड़े सोने लिखे संयोग। मैं बलिहारे जावा। मेरे कटते हो सारे रोग, बड़े सोने लिखे संजोग। मैं बलिहारे जावा। मेरे सतगुरु होए दयाल, कीता नजरो नजर निहाल। मैं बलिहारे जावा। मेरे सतगुरु होए दयाल, कीता नजरो नजर निहाल। मैं बलिहारे जावा। मेरे सतगुरु आप समरथ, मेरे सिर ते रखिया सी हाथ। मैं बलिहारे हाँ, मेरे बाबा जी समरथ, मेरे सिर ते रखिया हाथ। मैं बलिहारे जावा। मेरे सतगुरु होए दयाल, नजर निहाल जावा। एक पुन्ना वाला जीव, बड़ा प्रतापी जीव। महापुरुषों ने कहा सी भी बड़े सचेत हो के रहना हजूर साहब, माया पैगी, माया पैगी।
ਇਹੋ ਜਿਹੀ ਗਲਤੀ ਹੋਈ, ਗੁਰੂ ਕਲਗੀਆਂ ਵਾਲੇ ਦੇ ਪਿੱਛੇ ਨਾ ਲੱਗਿਆ, ਇੱਥੇ ਆਣ ਕੇ ਨਾਮ ਜਪਣ ਦੇ ਪਿੱਛੇ ਨਾ ਲੱਗਿਆ, ਕਿਸੇ ਲੜਕੀ ਦੇ ਪਿੱਛੇ ਲੱਗ ਗਿਆ। ਬਸ ਫਿਰ ਨਾਸ ਸੀ। ਬੜੇ ਬੜੇ ਇੰਦਰ ਰਾਜ ਦੀ ਪਦਵੀ ਤੇ ਬੈਠੇ ਹੋਏ ਸਹੰਸਰਦਾਨ ਦੇ ਇੰਦਰ ਆਇਆ। ਉਹਨੇ ਵੇਖਿਆ ਰਿਸ਼ੀ ਦੀ ਘਰਵਾਲੀ ਬੜੀ ਸੋਹਣੀ ਹੈ। ਇੰਦਰ ਉਹਦੇ ਮਗਰ ਲੱਗ ਗਿਆ, ਗੌਤਮ ਰਿਸ਼ੀ ਦੀ ਘਰਵਾਲੀ ਦੇ, ਤੇ ਸ਼ਰਾਪ ਦੇਤਾ ਗੌਤਮ ਰਿਸ਼ੀ ਨੇ, ਜਾ ਓਏ ਜਿਹੜੇ ਗੰਦ ਦੇ ਪਿੱਛੇ ਆਇਆ ਨਾ, ਤੇਰੇ ਸਾਰੇ ਸਰੀਰ ਤੇ ਗੰਦ ਹੀ ਗੰਦ ਹੋ ਜਾਏਗਾ। ਕਲਯੁਗ ਪਾਪ ਜਿਹੜਾ ਗੰਦ ਨੂੰ ਮਨੁੱਖ ਚੰਗਾ ਕਹਿੰਦਾ ਹੈ, ਗੰਦਗੀ ਨੂੰ ਚੰਗਾ ਸਮਝਦਾ ਹੈ। ਜਿੱਥੇ ਸਾਰੇ ਸੰਸਾਰ ਦੀ ਗੰਦਗੀ, ਕਹਿੰਦੇ ਤੂੰ ਉਸ ਦੇ ਪਿੱਛੇ ਆਇਆ। ਸਹੰਸਰ ਹਜ਼ਾਰਾਂ ਉਹੋ ਜਿਹੀਆਂ ਰਸਤੇ ਬਣ ਗਏ ਸਰੀਰ 'ਚ। ਇੰਦਰ ਗੁਫਾ 'ਚ ਜਾ ਕੇ ਲੁਕ ਗਿਆ, ਗੰਦ ਹੀ ਗੰਦ ਵਗੇ ਸਰੀਰ 'ਚ। ਬੜੀ ਬੰਦਗੀ ਕੀਤੀ, ਬੜਾ ਰੋਇਆ, ਪ੍ਰਮਾਤਮਾ ਮੈਂ ਇੱਕ ਨਿੱਕੀ ਜਿਹੀ ਛੋਟੀ ਗਲਤੀ ਕਰ ਲਈ, ਸਜ਼ਾ ਬੜੀ ਵੱਡੀ ਹੈ, ਮੈਨੂੰ ਬਖਸ਼ ਦੇ। ਬਹੁਤ ਬੰਦਗੀ ਕੀਤੀ ਪਰਮਾਤਮਾ ਦੀ, ਰੋਂਦਾ ਹੈ ਸਾਰੇ ਸਰੀਰ ਨੂੰ ਗੰਦਾ ਵੇਖ ਕੇ। ਫਿਰ ਪਰਮਾਤਮਾ ਪ੍ਰਗਟ ਹੋਇਆ, ਕਹਿਣ ਲੱਗਾ ਇੰਦਰਾ ਤੂੰ ਨਾਮ ਬੜਾ ਜਪਿਆ ਹੈ, ਗਲਤੀ ਜੇ ਹੋ ਗਈ ਪਰ ਤੂੰ ਪਛਤਾਵਾ ਬੜਾ ਕੀਤਾ, ਨਾਮ ਬੜਾ ਜਪਿਆ ਹੈ। ਜਾ ਹੁਣ ਇਸ ਤੇਰੇ ਸਰੀਰ ਦੇ ਨੇਤਰ ਬਣ ਜਾਣਗੇ, ਇਹ ਰਸਤੇ ਤਾਂ ਐਵੇਂ ਹੀ ਰਹਿਣਗੇ ਪਰ ਅੱਖੀਆਂ ਬਣ ਜਾਣਗੀਆਂ, ਇਹ ਮਿਟਣੇ ਨਹੀਂ ਸਾਧੂ ਦੇ ਬੋਲ। ਇਹ ਸਰੀਰ ਦੇ ਰਸਤੇ ਐਵੇਂ ਹੀ ਰਹਿਣਗੇ ਲੱਗੇ ਸਰੀਰ ਨਾਲ, ਪਰ ਇਹ ਰਸਤੇ ਇਹ ਅੱਖਾਂ ਬਣ ਜਾਣਗੀਆਂ। ਮਹਾਂਪੁਰਖ ਦਾ ਸ਼ਰਾਪ ਸੀ ਸਾਧੂ ਦਾ। ਬੜੀ ਜਸਦ ਵਾਲੀ ਰਿਸ਼ੀ ਦੀ ਘਰਵਾਲੀ ਦਾ ਧਰਮ ਚਲਾਕੀ ਨਾਲ ਡਰਾਇਆ, ਚਲਾਕੀ ਕੀਤੀ, ਉਹਦਾ ਰੂਪ ਧਾਰ ਕੇ ਚਲਾ ਗਿਆ। ਉਹ ਵਿਚਾਰੀ ਧਰਮ 'ਚ ਪੂਰੀ ਸੀ, ਉਹਨੇ ਪਤੀ ਸਮਝਿਆ ਪਰ ਹੈ ਪਾਪੀ ਇੰਦਰ ਸੀ। ਉਹਨੂੰ ਵੀ ਸ਼ਰਾਪ ਹੋਇਆ, ਇਹਨੂੰ ਵੀ ਸ਼ਰਾਪ ਹੋਇਆ। ਕਹਿੰਦੇ ਨੇ ਸੁਚੇਤ ਰਹੇ, ਜੇ ਤੂੰ ਦਾਲ ਬਣਾਉਣੀ ਹੈ ਨਹੀਂ ਸੁਚੇਤ ਰਹੇਗਾ, ਦਾਲ ਫਿਰ ਕੀ ਬਣੇਗੀ? ਸੜੀ ਹੋਈ ਦਾਲ ਬਣੇਗੀ, ਫਿੱਕੀ ਕੌੜੀ, ਕੁਝ ਵੀ ਕੋਈ ਖਾਏਗਾ ਉਹਨੂੰ। ਰੋਟੀ ਪਕਾਉਣ ਵੇਲੇ ਤੂੰ ਸੁਚੇਤ ਨਹੀਂ ਹੋਇਆ, ਰੋਟੀ ਖਾਣ ਵਾਲੀ ਬਣੇਗੀ ਤੇਰੀ। ਕੋਈ ਕੰਮ ਕਰਨ ਵੇਲੇ ਤੂੰ ਸੁਚੇਤ ਨਹੀਂ ਤੇ ਭਾਈ ਫਿਰ ਉਹ ਕੀ ਹੋਏਗਾ ਹੁੰਦਾ। ਇਸੇ ਤਰ੍ਹਾਂ ਜੇ ਤੂੰ ਸੇਵਾ ਸਿਮਰਨ ਭਗਤੀ ਵਿੱਚ ਸੁਚੇਤ ਨਹੀਂ ਨਾ, ਨਾਲ ਗਲਤੀਆਂ ਕਰਦਾ ਤੇ ਤੇਰਾ ਇਹ ਹਾਲ ਭਗਤੀ ਦਾ ਮਾੜਾ ਹੀ ਹੋਏਗਾ। ਇਹ ਤੂੰ ਨਰਕਾਂ ਨੂੰ ਜਾ ਸਕਦਾ, ਸੱਚਖੰਡ ਦੇ ਰਾਹ ਤੋਂ ਤੂੰ ਨਰਕਾਂ ਨੂੰ ਜਾ ਸਕਦਾ। ਬਾਬਾ ਜੀ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਆਹ ਸੇਵਾ ਕਮਾਈਆਂ ਇੱਥੇ। ਉਹਨਾਂ ਦੀ ਬੜੀ ਬੰਦਗੀ ਸੀ, ਬੜਾ ਨਾਮ ਸੀ, ਸਿਮਰਨ ਸੀ। ਉੱਥੇ ਆਸ਼ਰਮ ਵਾਲੀ ਜਗ੍ਹਾ ਜਿੱਥੇ ਬਣਿਆ ਕ੍ਰਿਸ਼ਨ, ਉੱਥੇ ਸਿਨੇਮਾ ਸੀ, ਟੋਇਆ ਪੱਟਣ ਆਏ। ਵੇਖ ਲਓ ਕਿਵੇਂ ਘਟਾਂ ਦੀ ਜਾਣਦੇ। ਇੱਕ ਕੋਈ ਸੇਵਕ ਬਾਬੇ ਨੰਦ ਸਿੰਘ ਨੂੰ ਮੰਨਦਾ ਸੀ, ਬਾਬੇ ਨੰਦ ਸਿੰਘ ਦਾ ਧਿਆਨ ਧਰਦਾ ਸੀ। ਇੱਕੋ ਹੀ ਉਹਨੇ ਇੱਕੋ ਹੀ ਨਿਸ਼ਾਨਾ ਰੱਖਿਆ ਸੀ, ਹੋਰ ਨਹੀਂ ਮੰਨਦਾ ਸੀ ਕਿਸੇ ਨੂੰ, ਕੇਵਲ ਬਾਬਾ ਨੰਦ ਸਿੰਘ ਨੂੰ।
ਉਹਨੇ ਆਪਦਾ 2 ਵਿਆਹ ਸੀ, ਦੋਨਾਂ ਘਰ ਵਾਲੀਆਂ ਨੂੰ ਚੰਗੀਆਂ ਜਾਇਦਾਦਾਂ, ਜ਼ਮੀਨਾਂ, ਦੁਕਾਨਾਂ ਦੇ ਦਿੱਤੀਆਂ। ਆਪਦੇ ਉਹਦੇ ਹਿੱਸੇ 'ਚ ਜਿੰਨੀ ਮਾਇਆ ਆਈ 5-7 ਕਰੋੜ ਉਹ ਲੈ ਕੇ ਪਹਿਲੋਂ, ਉਸ ਤੋਂ ਪਹਿਲੋਂ ਆਇਆ ਵੀ ਪਰਚੀਆਂ ਪਾਈਆਂ ਵੀ ਕਿੱਥੇ ਲਾਵਾਂ ਮੈਂ। ਪਰਚੀ ਨਿਕਲ ਆਈ ਹਜ਼ੂਰ ਸਾਹਿਬ ਦੀ, ਅਨੰਦਪੁਰ ਦੀ, ਅੰਮ੍ਰਿਤਸਰ ਦੀ, ਨਾਨਕਸਰ ਇੱਧਰ ਉੱਧਰ ਦੀ ਪਾਈ, ਕਿਤੇ ਬਾਬੇ ਨਾਨਕ ਸਿੰਘ ਦਾ ਬਣਾ ਲਈਏ ਥਾਂ। ਫਿਰ ਹਜ਼ੂਰ ਸਾਹਿਬ ਦੀ ਨਿਕਲ ਆਈ। ਕੋਈ ਦਿਨਾਂ ਬਾਅਦ ਉਹ ਗੁਰਮੁਖ ਪਿਆਰਾ ਰਾਹ ਵਿੱਚ ਆ ਰਿਹਾ ਸੀ, ਅਤੇ ਜਿਹੜੇ ਆਪਣੇ ਸੰਗੀ ਆਉਂਦੇ ਸੀ, ਡਾਕਟਰ ਸੱਲੋ ਜੀ ਅੰਮ੍ਰਿਤਸਰੋਂ, ਬਾਬਾ ਜੀ ਨੇ ਵਿਹੜਾ ਇਹੋ ਜਿਹੀ ਬਣਾਈ, ਦੋਨਾਂ ਦੀਆਂ ਸੀਟਾਂ ਆਮਣੇ ਸਾਹਮਣੇ ਕਰਤੀਆਂ। ਚੋਲਾ ਪਾਇਆ ਹੋਇਆ ਵੇਖ ਕੇ ਪੁੱਛਣ ਲੱਗੀ, ਤੁਸੀਂ ਕਿੱਥੋਂ? ਕਹਿੰਦੇ ਅਸੀਂ ਨਾਨਕਸਰ ਕਲੇਰਾਂ ਵਾਲਿਆਂ ਦੇ ਸੇਵਕਾਂ ਪੁੱਛੋ ਸਾਹਿਬ ਦੀ ਇੱਥੇ ਸੇਵਾ ਚੱਲਦੀ ਹੈ, ਨਾਨਕਸਰ ਪੁੱਛੋ ਸਾਹਿਬ ਦੀ। ਬਾਬਾ ਖੇਮ ਸਿੰਘ ਜੀ ਨੇ ਇਸ ਸਮੇਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਵਰਸਾਏ ਹੋਏ ਪੁੱਛੋ ਦੇ ਵਿੱਚ, ਉਹਨਾਂ ਵੱਲੋਂ ਸੇਵਾ ਚੱਲ ਰਹੀ ਹੈ ਹਜ਼ੂਰ ਸਾਹਿਬ, ਸਾਡੀ ਜ਼ਿੰਮੇਵਾਰੀ ਉੱਥੇ। ਉਹ ਕਹਿੰਦੇ ਆਹ ਤਾਂ ਬਾਬਾ ਆਨੰਦ ਸਿੰਘ ਨੇ ਬੜਾ ਵਧੀਆ ਮੇਲ ਬਣਾਇਆ, ਪਤਾ ਨਹੀਂ ਮੈਂ ਹਜ਼ੂਰ ਸਾਹਿਬ ਜਾ ਕੇ ਕਿਸੇ ਦੇ ਚੱਕਰਾਂ 'ਚ ਪੈ ਕੇ ਇੱਧਰ ਉੱਧਰ ਮਾਇਆ ਖਰਾਬ ਹੋ ਜਾਂਦੀ, ਲੋਕ ਲੱਗ ਜਾਂਦੇ ਨੇ ਦੇਖੋ ਮਾਇਆ, ਇਹਨੂੰ ਮਾਰ ਦਿਓ, ਇਹਨੂੰ ਇੰਝ ਕਰ ਲਓ, ਠੱਗ ਲਓ। ਸਾਰੇ ਤਰ੍ਹਾਂ ਦੇ ਧੋਖੇ ਹੁੰਦੇ ਨੇ। ਮਰਦਾਨਾ ਬੜਾ ਯਕੀਨ ਕਰਨ ਲੱਗ ਪਿਆ ਸੱਜਣ ਠੱਗ ਤੇ, ਸੱਜਣ ਠੱਗ ਦੇ ਬੰਦਿਆਂ 'ਤੇ ਵੀ ਬੜੇ ਸਾਧੂ ਨੇ, ਇਹਦਾ ਬੜੇ ਸੇਵਾ ਕਰਨ ਵਾਲੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ, ਇਹ ਠੱਗਾਂ ਦੇ ਬੜੇ ਬੜੇ ਰੂਪ ਹੁੰਦੇ, ਤੈਨੂੰ ਠੱਗ ਲੈਣਗੇ, ਇਹਨਾਂ ਤੋਂ ਬਚ ਕੇ ਰਹੇ। ਫਿਰਦੇ ਠਗਵਾੜੇ ਨੇ, ਵੇਖੀ ਕਿਤੇ ਠੱਗਿਆ ਨਾ ਜਾਵੀਂ, ਕਲਯੁਗ ਬੜੇ ਰੂਪ ਧਾਰ ਧਾਰ ਕੇ ਆਉਂਦਾ। ਜਿੱਥੇ ਤੀਰਥ ਹੋਵੇ, ਗੁਰੂ ਦਾ ਨਾਂ ਹੋਵੇ, ਉੱਥੇ ਮਾੜੇ ਚੰਗੇ ਸਾਰੇ ਹੀ ਹੁੰਦੇ ਆ। ਠੱਗਣ ਵਾਲੇ ਵੀ ਹੁੰਦੇ ਨੇ, ਸੇਵਾ ਕਰਨ ਵਾਲੇ ਦੇ ਕੋਲ ਕੋਈ ਆ ਜਾਵੇ, ਉਹਦੀ ਸੇਵਾ ਭਲੇ ਹੱਥ ਲੱਗ ਜਾਂਦੀ। ਕਿਸੇ ਠੱਗ ਦੇ ਡਿੱਕੇ ਚੜ੍ਹ ਜੇ ਫਿਰ ਉਹ ਠੱਗਿਆ ਜਾਂਦਾ ਹੈ। ਇੱਥੇ ਸਾਵਧਾਨ ਹੋ ਕੇ ਰਵੀਂ। ਬਾਬਾ ਜੀ ਕਹਿੰਦੇ ਇੱਥੇ ਠੱਗ ਫਿਰਦੇ ਹੀ ਟੋਲੀਆਂ ਬਣਾਈ, ਤੈਨੂੰ ਠੱਗ ਲੈਣਗੇ। ਉਹ ਫਿਰਦੇ ਠਗਵਾੜੇ ਨੇ, ਵੇਖੀ ਕਿਤੇ ਠੱਗਿਆ ਨਾ ਜਾਵੇ। ਠਗਵਾੜੇ ਨੇ, ਵੇਖੀ ਕਿਤੇ ਠੱਗਿਆ ਨਾ ਜਾਵੇ। ਠਗਵਾੜੇ ਨੇ, ਵੇਖੀ ਕਿਤੇ ਠੱਗਿਆ ਨਾ ਜਾਵੀਂ। ਵਾੜੇ ਨੇ, ਵੇਖੀ ਕਿਤੇ ਠੱਗਿਆ ਨਾ ਜਾਵੀਂ। ਫਿਰਦੇ ਠਗਵਾੜੇ ਨੇ, ਠੱਗਿਆ ਨਾ ਜਾਵੀਂ। ਬਚ ਜਾਈਂ ਠੱਗਾਂ ਤੋਂ, ਕਲਯੁਗ ਦੇ ਠੱਗ ਬੜੇ ਫਿਰਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜੇ ਠੱਗ ਆਖੋ। ਗੁਰੂ ਸਾਹਿਬ ਕਹਿੰਦੇ ਵੇਖ ਲਈ, ਅਜੇ ਤਾਂ ਕਾਮ ਹੀ ਪਹਿਲਾ ਠੱਗ। ਜੇ ਨਹੀਂ ਤੈਨੂੰ ਠੱਗ ਲਿਆ ਤੇ ਇਸ ਤੋਂ ਬਾਅਦ ਤਾਂ ਇੱਥੋਂ ਬਚ ਜਾਏਗਾ। ਤੇ ਕ੍ਰੋਧ ਠੱਗ ਬੈਠਾ ਹੈ, ਫਿਰ ਤੈਨੂੰ ਬੜਾ ਗੁੱਸਾ ਆਏ ਕਰੇਗਾ। ਇਹਦੇ ਤੋਂ ਵੀ ਤੂੰ ਬਚ ਗਿਆ, ਫਿਰ ਬੈਠਾ ਲੋਭ ਠੱਗ, ਮੈਂ ਆ ਵੀ ਇਕੱਠਾ ਕਰ ਲਾਂ, ਆ ਵੀ ਕਰ ਲਾਂ, ਆ ਵੀ ਲੈ ਜਾ, ਇੰਝ ਕਰ ਲਾਂ, ਆ ਕਰ ਲਾਂ। ਫਿਰ ਲੋਭ ਠੱਗ ਚੰਬੜੇਗਾ, ਤੇਰੀ ਭਗਤੀ ਨੂੰ ਤੇਰੇ ਸਤਿਆਨਾਸ਼ ਕਰੇਗਾ। ਫਿਰ ਮੋਹ ਦਾ ਠੱਗ ਚੰਬੜ ਜਾਏਗਾ, ਘਰਦਿਆਂ ਦਾ ਹੀ ਖਿਆਲ ਕਰੀ ਜਾਏਗਾ, ਪਿਛਾਂ ਨੂੰ ਵੀ ਵੇਖੀ ਜਾਏਗਾ। ਪੰਜਵਾਂ ਠੱਗ ਆ ਜਾਏਗਾ ਹੰਕਾਰ।
फिर तू बैठा हंकार ही बड़ी मेरी भगती, बड़ा सिमरन, बड़ा मेरा त्याग, मैं बड़ा माड़े कम्मां तो बचिया, बड़ा ही चंगा मैं, बड़ा देवता, बड़ा नाम जपदा, बड़े पारबका। आप दे आप जी गल जेगा आखो सी, फिर ਇਹਦੇ 'ਚ गल जेगा, ਪੰਜਾਂ ठगों तो बचेगा, ते अगे ठगणियां भी हैगियां, ਉਹ ਬੜੀਆਂ ਭੈੜੀਆਂ ਨੇ। ਉਹਦੇ 'ਚ ਆਸਾ, ਤ੍ਰਿਸ਼ਨਾ, ਚਿੰਤਾ, ਇਹ ਬੜੀਆਂ ਠਗਣੀਆਂ। ਆਸਾ ਵੀ ਮੰਗੀ ਜਾਣ, ਮੈਨੂੰ ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮੈਂ ਆਪਣਾ ਬਣਾ ਲਾਂ, ਆ ਵੀ ਆਪਣਾ ਬਣਾ ਲਾਂ, ਆ ਵੀ ਮਾਣ ਤਾਣ ਮੈਨੂੰ ਮਿਲਣਾ। ਰੋਜ਼ ਉਨੀ ਭਗਤੀ ਨਹੀਂ ਕਰਦਾ ਜਿੰਨਾ ਕੁਝ ਮੰਗੀ ਜਾਂਦਾ ਹੈ। ਠੱਗ ਤੇ ਠੱਗਣੀਆਂ ਫਿਰਦੀਆਂ ਏ। ਬਚ ਜਾ, ਗੁਰੂ ਦੇ ਨਾਲ ਜੁੜ ਕੇ ਬਚੇਗਾ, ਆਪਦੇ ਗੁਰੂ ਦੇ ਚਰਨ ਫੜ ਲਾ। ਮਹਾਂਪੁਰਸ਼ਾਂ ਨੇ ਮੈਨੂੰ ਕੰਨਾਂ 'ਚ ਬੋਲ ਮਾਰਿਆ ਤੇ ਮੈਂ ਨਾ ਸੁਣਿਆ। ਦਿਮਾਗੀ ਕੀੜਾ ਸੀ, ਉਹਨਾਂ ਨੇ ਹਿਰਦੇ 'ਚ ਠੰਡ ਪਾਈ, ਹਿਰਦੇ 'ਚ ਬੋਲ ਮਾਰਿਆ। ਆਪਣੇ ਸੇਵਕ ਤੋਂ ਸੇਵਾ ਲੈਣੀ ਸੀ ਤੇ ਮਾੜੇ ਬੰਦੇ ਦੀ ਸੰਗਤ ਤੋਂ ਪਿੱਛੇ ਹਟਾ ਲਿਆ। ਆਪ ਕਿਰਪਾ ਕੀਤੀ, ਸਮਾਂ ਮਹਾਂਪੁਰਖ ਬਖਸ਼ਦੇ, ਦਿਆਲਤਾ ਕਰਦੇ, ਕਿਰਪਾ ਕਰਦੇ। ਜੇ ਨਾ ਸੰਭਾਲੇ ਫਿਰ ਬੁਰਾ ਹਾਲ ਹੁੰਦਾ। ਮਹਾਂਪੁਰਖਾਂ ਨੇ ਬਾਬਾ ਕੁੰਦਨ ਸਿੰਘ ਜੀ ਦਰਗਾਹ ਨੂੰ ਚਲੇ ਗਏ, ਸੱਚਖੰਡ ਨੂੰ। ਦਾਸ ਦੀਆਂ ਸੇਵਾ ਬਾਹਰ ਹੀ ਹੁੰਦੀਆਂ ਸੀ, ਡਿਊਟੀਆਂ ਕਦੀ ਕਿਤੇ ਕਦੀ ਕਿਤੇ। ਮਨ ਨਾ ਲੱਗੇ ਘਰੇ ਤੇ ਮੈਂ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਕੋਲ ਪ੍ਰੇਰਨਾ ਹੋਈ, ਉੱਥੇ ਆ ਗਏ। ਉਹਨਾਂ ਨੇ ਹਜ਼ੂਰ ਸਾਹਿਬ ਸੇਵਾ ਲਾਤੀਆਂ ਕਿ ਭਾਈ ਜਿੰਨੀ ਸੇਵਾ ਕਰ ਲੇਗਾ ਉਨੀ ਮਿਹਰ ਕਿਰਪਾ ਹੋ ਜਾਏਗੀ, ਚੋਰੀਆਂ ਭਰ ਲੇਗਾ। ਮਗਰੋਂ ਕਰਾਈ ਗਏ। ਬਾਬਾ ਜੀ ਦੀ ਅੰਤਰਜਾਮਤਾ ਦੀ ਗੱਲ ਕਰਦੇ ਸੀ ਕਿ ਬਾਬਾ ਖੇਮ ਸਿੰਘ ਜੀ ਨੇ ਤਾਂ ਉਹ ਗੱਲ ਕਰਨੀ ਜਿਹੜੀ ਉਹਨਾਂ ਦੇ ਕੰਨ 'ਚ ਬਾਬਾ ਨੰਦ ਸਿੰਘ ਨੇ ਕਹਿਣੀ ਆ ਕਿ 5-7 ਲੱਖ 5-7 ਕਰੋੜ ਆਉਣਾ ਹੈ। ਉਹਨਾਂ ਸਮਿਆਂ 'ਚ ਇੰਨਾ ਹੀ ਬਹੁਤ ਹੁੰਦਾ ਸੀ। ਉਹ ਫਿਰ ਜਦੋਂ ਉਹ ਸੰਤ ਕੁਲਦੀਪ ਸਿੰਘ ਆਇਆ ਬਾਹਰੋਂ, ਉਹਨੇ ਕਿਹਾ ਵੀ ਮੈਂ ਇੰਨੀ ਮਾਇਆ ਲਾਉਣੀ। ਫਿਰ ਉਹ ਸਿਨੇਮਾ ਖਰੀਦਿਆ, ਫਿਰ ਉਹਨਾਂ ਨੇ ਉੱਤੇ ਹੋਰ ਗੁਰਦੁਆਰਾ ਬਣਾਇਆ ਬਹੁਤ ਵੱਡਾ, ਕਈ ਕਰੋੜਾਂ ਲਾਇਆ, 4-5 ਕਰੋੜ ਦੀ ਉਹ ਜਗ੍ਹਾ ਲਈ ਸੀ। ਬਾਬਾ ਜੀ ਕਹਿੰਦੇ ਮਾਇਆ ਬਹੁਤ ਆਉਣੀ ਬਾਹਰੋਂ, ਤੇ ਉਹ ਗੁਰਮੁਖ ਆਪ ਹਾਥੀ ਨਹੀਂ ਲਾਇਆ, ਬਾਹਰੋਂ ਬਾਹਰ ਬਾਈਪਾਸ ਕਰ ਦਿੰਦੇ ਮਹਾਂਪੁਰਖ। ਚਲੋ ਭਾਈ ਦਾ ਭਲਾ ਹੋ ਜੀ, ਹਰ ਦੀ ਵਿਰਥਾ ਜਾਣਦੀ ਆ। ਬਾਹਰੋਂ ਬਾਹਰ ਕਿਰਪਾ ਕਰਕੇ ਫਿਰ ਉਹਨਾਂ ਨੇ ਆਪਣੇ ਹੱਥੀਂ ਬਾਬਾ ਨੰਦ ਸਿੰਘ ਦਾ ਆਸ਼ਰਮ ਬਣਾਇਆ। ਜਦੋਂ ਪੂਰਾ ਹੋ ਗਿਆ ਤੇ ਫਿਰ ਸਵੇਰੇ ਬਾਬਾ ਨੰਦ ਸਿੰਘ ਦੇ ਚਰਨਾਂ 'ਚ ਪਾਠ ਕਰਦੇ ਕਰਦੇ ਕਈ ਘੰਟਿਆਂ ਦਾ ਨਿਤਨੇਮ ਸੀ। ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਪ੍ਰਾਣ ਤਿਆਗ ਦਿੱਤੇ ਕਿ ਬਾਬਾ ਜੀ ਹੁਣ ਤੁਸੀਂ ਸੇਵਾ ਲੈ ਲਈ। ਸਿਰ 'ਤੇ ਹੱਥ ਰੱਖ ਕੇ ਕਰਾ ਲਈ ਜੋ ਮਨ ਦਾ ਫੁਰਨਾ ਸੀ। ਹੁਣ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੋ। ਗੁਰਮੁਖ ਲਾਹਾ ਖੱਟ ਕੇ ਜਾਂਦੇ ਆ, ਮਨਮੁਖ ਮੂਲ ਗਵਾ ਕੇ ਜਾਂਦੇ ਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਵਧਾਈਏ ਤਿਉਂ ਤਿਉਂ ਹਰਸਿਓ ਰੰਗ।
ਤੇ ਸੇਵਾ ਕਰ ਲਓ ਭਾਈ ਜਿਨ੍ਹਾਂ ਦੇ ਭਾਗਾਂ ਵਿੱਚ ਭਾਗ ਸਾਡੇ ਲਿਖੀ ਫਕੀਰੀ ਸੋ ਮਸਤਕ ਧਾਰ ਲੀਤੀ। ਜੇ ਸੇਵਾ ਕਰਨ ਵਾਸਤੇ ਆਏ ਫਿਰ ਵੱਧ ਤੋਂ ਵੱਧ ਨਾਮ ਜਪਿਓ, ਪਾਠ ਸਿਮਰਨ ਕਰਿਓ, ਆਪ ਤਰਸਿਓ, ਮੰਗ ਮੰਗ ਕੇ ਸੇਵਾ ਲਿਆ ਜੀ। ਇਹ ਆਪਣਾ ਮਹੀਨਾ 2 ਮਹੀਨੇ ਬੀਜ ਬੀਜਣਾ ਹੈ। ਜਿਵੇਂ ਅਜੇ ਰਾਜੇ ਨੇ ਲਿੱਦ ਦਿੱਤੀ ਸੀ, ਉਹਨਾਂ ਸਾਧੂਆਂ ਨੇ ਲਿੱਦ ਬਾਹਰ ਰੱਖਤੀ ਆਪਦੀ ਕੁਟੀਆ ਦੇ, ਉੱਥੇ ਵਧਣੀ ਸ਼ੁਰੂ ਹੋ ਗਈ, ਢੇਰ ਲੱਗ ਗਈ। ਰਾਜਾ ਕਹਿੰਦਾ ਸੰਤ ਜੀ ਤੁਹਾਡੇ ਘੋੜੇ ਕਿੱਥੇ ਆ? ਲਿੱਦ ਦਾ ਢੇਰ ਲੱਗਿਆ ਪਿਆ। ਕਹਿੰਦੇ ਭਾਈ ਸਾਡੇ ਘੋੜੇ ਕਿੱਥੇ ਆ? ਇਹ ਤਾਂ ਤੇਰੀ ਦਿੱਤੀ ਹੋਈ ਲਿੱਦ ਹੈ। ਕਹਿੰਦਾ ਜੀ ਮੈਂ ਕਦੋਂ ਦਿੱਤੀ ਸੀ? ਕਹਿੰਦੇ ਯਾਦ ਕਰ, ਤੂੰ ਘੋੜਿਆਂ ਦੇ ਤਬੇਲੇ 'ਚ ਸਾਡੀ ਝੋਲੀ 'ਚ ਪਾਈ ਸੀ, ਇਹ ਢੇਰ ਲੱਗ ਗਿਆ। ਤੇ ਹੁਣ ਮਹਾਰਾਜ ਇਹ ਤੇਰੀ ਭਾਈ, ਇਹ ਤੂੰ ਖਾਣੀ। ਆਖੋ ਸੀ ਇਹ ਲਿੱਦ ਤੂੰ ਖਾਣੀ। ਕਹਿੰਦਾ ਜੀ ਮੈਂ ਕਿਵੇਂ ਖਾਵਾਂਗਾ? ਮੈਂ ਤਾਂ ਬੜੇ ਪੁੰਨਦਾਨ ਵੀ ਕਰਦਾ ਰਿਹਾ, ਬੜੇ ਬੜੇ ਚੰਗੇ ਕੰਮ ਕੀਤੇ ਭਾਈ, ਇਹ ਮਾੜਾ ਵੀ ਤੂੰ ਇਹ ਕੀਤਾ ਹੈ। ਚੰਗਿਆਂ ਦਾ ਚੰਗਾ ਫਲ ਨਹੀਂ, ਲਿੱਦ ਤਾਂ ਤੈਨੂੰ ਖਾਣੀ ਪੈਣੀ। ਕਹਿੰਦਾ ਜੀ ਮੈਂ ਖਾ ਨਹੀਂ ਸਕਦਾ, ਮੈਨੂੰ ਬਖਸ਼ ਲਓ, ਗੁਨਾਹ ਹੋ ਗਿਆ। ਰਾਜਾ ਵੀ ਧਰਮੀ ਸੀ, ਸਾਰਿਆਂ ਨੇ ਮਹਾਂਪੁਰਖਾਂ ਨੂੰ ਕਿਹਾ ਜੀ ਇਹਨੂੰ ਬਖਸ਼ ਦਿਓ ਰਾਜੇ ਨੂੰ, ਆਪਣਾ ਰਾਜਾ ਬੜਾ ਚੰਗਾ ਹੈ। ਸੰਤ ਕਹਿੰਦੇ ਫਿਰ ਰਸਤਾ ਹੈਗਾ ਰਾਜਾ, ਇਹ ਲੋਕ ਖਾ ਜਾ, ਲੋਕਾਂ ਨੂੰ ਖਵਾ, ਜਾਂ ਲੋਕ ਖਾਣ ਜਾਂ ਤੂੰ ਖਾ। ਕਹਿੰਦੇ ਲੋਕ ਕਿਵੇਂ ਖਾਣਗੇ? ਕਹਿੰਦੇ ਤੇਰੀ ਨਿੰਦਿਆ ਕਰਨ ਕਿਸੇ ਤਰੀਕੇ, ਤੈਨੂੰ ਗੰਦਾ ਬੋਲਣ, ਮਾੜਾ ਕਹਿਣ, ਤੇ ਤੇਰਾ ਸਾਰਾ ਗੰਦ ਉਹ ਖਾ ਜਾਣਗੇ। ਅੱਜ ਕੱਲ੍ਹ ਲੋਕੀ ਪਾਪ ਕਰਦੇ ਆ, ਗੰਦੇ ਕੰਮ ਕਰਦੇ ਆ, ਖਾਂਦਾ ਕੋਈ ਸੰਖ ਨਿੰਦਕ ਸਿਰ ਕਰੇ ਪਾਰ। ਅਸੰਖਾਂ ਨੇ ਜਿਹੜੇ ਨਿੰਦਿਆ ਦੂਜੇ ਦੀ ਕਰਕੇ, ਦੋਸ਼ ਦੂਜੇ 'ਚ ਕੱਢ ਕੇ, ਦੂਜੇ ਨੂੰ ਮਾੜਾ ਕਹਿ ਕੇ ਉਹਦਾ ਗੰਦ ਆਪ ਖਾ ਜਾਂਦੇ ਆ, ਉਹਦਾ ਭਾਰ ਆਪ ਚੱਕ ਲੈਂਦੇ ਆ। ਬੜੇ ਲੋਕ ਨੇ ਜਿਹੜੇ ਗੰਦ ਹੀ ਵੇਖਦੇ ਆ, ਮਾੜਾ ਹੀ ਵੇਖਦੇ ਆ, ਉਗਣ ਹੀ ਵੇਖਦੇ ਆ, ਆਪ ਭਾਰ ਚੱਕੀ ਜਾਂਦੇ ਆ, ਪੱਲੇ ਬੰਨੀ ਜਾਂਦੇ ਆ। ਕਹਿੰਦੇ ਫਿਰ ਕਹਿੰਦੇ ਕੋਈ ਤਰੀਕਾ ਕੱਢ। ਫਿਰ ਭਾਈ ਉਹਨੇ ਆਪਦੀ ਨਿੰਦਿਆ ਕਰਵਾਈ, ਸ਼ਰਾਬ ਫੜ ਕੇ ਆਪਦੀ ਲੜਕੀ ਨੂੰ ਨਾਲ ਬਿਠਾ ਕੇ ਲੋਕਾਂ 'ਚ ਬਦਨਾਮੀ ਕਰਾ ਲਈ। ਰਾਜਾ ਇੰਨਾ ਭ੍ਰਿਸ਼ਟ ਗਿਆ, ਕੀਤਾ ਤਾਂ ਉਹਨੇ ਸਵਾਂਗ ਸੀ, ਡਰਾਮਾ ਸੀ। ਲੋਕ ਨਿੰਦਿਆ ਕਰਨ ਲੱਗੇ, ਉਹ ਸਾਰੀ ਲਿੱਦ ਖਤਮ ਹੋ ਗਈ, ਥੋੜ੍ਹੀ ਜਿਹੀ ਰਹਿ ਗਈ। ਆਖੋ ਸੀ ਉਹ ਸੰਤਾਂ ਨੇ ਕਿਹਾ ਭਾਈ ਇੰਨੀ ਤਾਂ ਹੁਣ ਤੈਨੂੰ ਖਾਣੀ ਪੈਣੀ। ਫਿਰ ਰਾਜਾ ਉਹਦਾ ਬਣਾ ਕੇ ਕੁਝ ਚੂਰਨ ਵਗੈਰਾ ਰੋਜ਼ ਲਿੱਦ ਖਾਏ ਕਰੇ, ਨਾਲੇ ਰੋਏ ਕਰੇ ਮੈਂ ਕਿਉਂ ਗਲਤੀ ਕੀਤੀ। ਆਖੋ ਸ੍ਰੀ ਵਾਹਿਗੁਰੂ। ਅਜੇ ਸਰੋਵੇ ਪਿੱਛਿਆ ਖਾਏ, ਕਹਿੰਦੇ ਐਵੇਂ ਹੀ ਮਿਲਦੀਆਂ ਦਰਗਾਹ 'ਚ ਸਜਾਵਾਂ। ਜੇ ਤੂੰ ਗੰਦ ਬੀਜੇਗਾ ਤੇ ਤੇਰਾ ਗੰਦ ਹਰਾ ਹੋਇਆ ਪਿਆ ਹੈ। ਫਿਰ ਤੇਰੇ ਸਾਲ ਦੁੱਖ ਭਰੀ ਲੰਘਣਗੇ, ਕਦੀ ਕੋਈ ਦੁੱਖ, ਕਦੀ ਕੋਈ ਦੁੱਖ, ਕਦੀ ਕੋਈ ਦੁੱਖ। ਜਿਹੜੇ ਆਉਂਦੇ ਆ ਇੱਥੇ ਹਜ਼ੂਰ ਸਾਹਿਬ ਸੇਵਾ ਕਰਦੇ ਸਾਡੇ ਨਾਲ, ਆਪਦਾ ਚੰਗਾ ਬੀਜ ਜਾਂਦੇ, ਉਹ ਚੰਗਾ ਲੈ ਜਾਂਦੇ, ਜਿਹੜਾ ਮਾੜਾ ਬੀਜਦੇ ਉਹ ਫਿਰ ਸਾਰਾ ਸਾਲ ਦੁਖੀ ਰਹਿੰਦੇ ਆ। ਉਹਨਾਂ ਦੇ ਮੁਸ਼ਕਲਾਂ, ਦੂਜਿਆਂ ਦੇ ਦੁੱਖ ਕੱਟੇ ਜਾਂਦੇ ਆ। ਜਦੋਂ ਵੀ ਨਾਮ ਬੀਜਣ ਜਾਓ, ਪਰਦੇਸ ਮਾਇਆ ਨਹੀਂ ਖੱਟਾਂਗੇ ਤੇ ਕੀ ਕਰਾਂਗੇ? ਉਜਾੜ ਕੇ ਆ ਜਾਵਾਂਗੇ। ਜਿਹੜੀ ਮਾਂ ਪਿਓ ਨੇ ਕਰਜ਼ਾ ਚੱਕ ਕੇ ਬਾਹਰ ਭੇਜਿਆ, ਉੱਥੇ ਤਾਂ ਖੱਟਣਾ ਪਏਗਾ ਬਹੁਤ ਦਿਨ ਰਾਤ ਕਮਾਈ, ਫਿਰ ਮਾਂ ਪਿਓ ਦਾ ਭਾਰ ਉਤਰੇ।
ਉੱਥੇ ਸੁਚੇਤ ਰਹਿਣਾ ਪਏਗਾ। ਹੁਣ ਹਜ ਸਲਾਵ ਤੇ ਸਮਾਪਤੀ। ਹੋਗਣਾ